हाँ जी पुੱਤਰ ਅੱਗੇ ਕੰਟੀਨਿਊ ਕਰਦੇ ਹਾਂ ਤੇ ਅੱਜ ਦਾ ਟੌਪਿਕ ਇਟਸ ਵੈਰੀ ਵੈਰੀ ਇੰਪੋਰਟੈਂਟ ਫॉर योर ਕੰਪੀਟੀਸ਼ਨ ਐਂਡ ਬੋਰਡਸ ਤੇ ਹੈਡਿੰਗ ਲਿਖ ਲਓ ਪ੍ਰੋਬਲਮਸ ਬੇਸਡ ਔਨ term independent of x and how to find term containing some, let's say, x raised to power ਇੱਥੇ ਕੁਝ ਵੀ ਕਹਿ ਸਕਦਾ x square x cube and so on, so ਕੋਈ ਵੀ x ਦੀ ਪਾਵਰ ਦੀ ਟਰਮ ਕੱਢਣੀ ਹੋਵੇ ਤੇ ਕਿੱਦਾਂ ਕੱਢਣੀ ਹੈ। so it's a very important ਆਰਟੀਕਲ। तो ਇਹਨੂੰ ਖਿਆਲ ਨਾਲ ਸੁਣਿਓ ਔਰ ਬੇਸਿਕ ਬੜਾ ਸਿੰਪਲ ਹੈ ਇਹਦਾ। ਇੱਦਾਂ ਕਰਦੇ ਹਾਂ ਆਪਾਂ ਇੱਕ ਕੁਐਸਚਨ ਲੈ ਕੇ ਚੱਲਦੇ ਹਾਂ, ਉਹਨੂੰ ਮੈਂ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣਾ ਔਰ ਉਹੀ ਤਰੀਕੇ ਦੇ ਨਾਲ ਬਾਕੀ ਆਪਾਂ ਸਾਰੇ ਕੁਐਸਚਨ ਕਰਨੇ ਆ। तो टू गेट द ਮੈਥਡ ਪ੍ਰੋਪਰਲੀ ਆਪਾਂ ਇੱਕ ਪਾਰਟਿਕੂਲਰ एग्जाम्पल ਪਹਿਲਾਂ ਲੈਂਦੇ ਹਾਂ। ਲੈਟ ਮੀ ਐਕਸਪੈਂਡ ਦਿਸ। ਠੀਕ ਹੈ, x plus 1 backslash per 4, ਹਾਂਜੀ ਕੀ ਹੋਗਾ, that will be 4c0 x ਦੀ ਪਾਵਰ 4 minus 0। ਸੋ ਮੈਂ ਥੋੜਾ ਛੇਤੀ ਨੂੰ ਐਕਸਪੈਂਡ ਕਰਦਾ। ਹਾਂਜੀ ਕਿੰਨਾ ਹੋਗਾ, x3 into 1 by x ਹੈ ਨਾ, ਆ ਤੁਹਾਡਾ a ਹੈ ਤੇ ਆ b ਹੈ। 4c2 x square into 1 by x square, 4c3 x ਦੀ ਪਾਵਰ 1 and last 4c4 x is per 0 and 1 by x is per 4। ਇਹ ਆਪਾਂ ਇਹਨੂੰ ਨਾ ਐਕਸਪੈਂਡ ਕਰ ਲਿਆ। ਠੀਕ ਹੈ, ਚਲੋ ਥੋੜਾ ਜਿਹਾ ਹੋਰ ਸਿੰਪਲੀਫਾਈ ਕਰ ਲਈ। ਲੈਟਸ ਸੇ 4c0 is, let's just keep in terms of 4c0 x is per 4। ਹਾਂਜੀ ਆਹ ਟਰਮ ਨੂੰ ਹੁਣ ਸਿੰਪਲੀਫਾਈ ਕਰੀਏ ਇਹਨੂੰ, ਤੇ ਉੱਪਰ x ਕਿਊਬ ਹੈ ਨੀਚੇ x ਹੈ, ਕੱਟ ਕੇ ਕਿੰਨਾ ਆ ਗਿਆ x ਸਕੁਆਇਰ। ਠੀਕ ਹੈ, ਸੋ 4c1 x ਸਕੁਆਇਰ। ਹਾਂਜੀ ਇਹਦੇ ਚ ਕੀ ਹੋਇਆ ਇਸ ਟਰਮ ਚ, ਉੱਪਰ ਵੀ x ਸਕੁਆਇਰ ਨੀਚੇ ਵੀ x ਸਕੁਆਇਰ, ਇਫੈਕਟਿਵਲੀ ਕਿੰਨਾ ਆ ਗਿਆ x ਦੀ ਪਾਵਰ ਹੈ ਨਾ 2 minus 2 that is x raised per 0। ਠੀਕ ਹੈ, ਤਾਂ ਆਹ ਜਿਹੜੀ ਟਰਮ ਹੈ ਨਾ ਜਿਹਦੇ ਚ x ਦੀ ਟਰਮ ਕੱਟੀ ਜਾਵੇ, ਇੱਦਾਂ ਦਾ ਸੀਨ ਬਣ ਜਾਏ ਜੇ ਬਣੇ, ਤੇ ਇਸ ਟਰਮ ਨੂੰ ਅਸੀਂ ਕਹਿੰਦੇ ਹਾਂ ਟਰਮ ਇੰਡੀਪੈਂਡੈਂਟ ਆਫ x। ਸੋ ਆਹ ਟਰਮ ਚ ਕੀ ਹੋਇਆ, x raised per 0 ਆ ਗਿਆ which is effectively 1 ਹੈ ਨਾ ਇੱਥੇ, ਔਰ x ਉੜ ਗਿਆ ਕਹਿ ਸਕਦੇ ਹਾਂ। ਠੀਕ ਹੈ, ਜਾਂ ਕਹੀਏ ਇੱਥੇ x ਦੀ ਪਾਵਰ 0 ਬਣ ਗਈ ਐਂਡ ਆ ਕਿੰਨਾ ਆ ਗਿਆ 4c3 x raised per, ਹਾਂਜੀ ਇੱਥੇ 1 ਆ, -2 4c4 x raised per -4। ਹੁਣ ਜਿਹੜੀ ਅਬਜ਼ਰਵ ਕਰਨ ਵਾਲੀ ਗੱਲ ਕੀ ਹੈ, ਜਿੱਦਾਂ ਇਸ ਐਕਸਪੈਂਸ਼ਨ ਦੇ ਅੰਦਰ ਕਲੀਅਰਲੀ ਪਾਵਰ 4 ਹੈ ਤੇ ਨੰਬਰ ਆਫ ਟਰਮ 5 ਹੈ, ਔਰ 5 ਟਰਮ ਚ ਕੁਝ x ਦੀਆਂ ਪਾਵਰਸ ਹੈ, ਜਿੱਦਾਂ ਵੀ ਹੈਵ ਅ ਟਰਮ, ਇਹਨੂੰ ਅਸੀਂ ਕਹਾਂਗੇ ਟਰਮ containing x raised per 4। so this is the term having x raised per 4। so ਆਹ ਵਾਲੀ ਟਰਮ ਹੈ ਨਾ having x square। ਠੀਕ ਹੈ, this is the term containing x square। ਹਾਂਜੀ ਆਹ ਜਿਹੜੀ ਟਰਮ ਹੈ, ਆਹ ਟਰਮ ਇਹਨੂੰ ਕੀ ਕਵਾਂਗੇ, this is the term ਜਿਹਦੇ ਚ x ਉੜ ਗਿਆ, ਮਤਲਬ ਐਕਸਪੈਂਸ਼ਨ ਐਦਾਂ ਬਣੀ ਕਿ x ਉੱਪਰੋਂ ਤੇ ਨੀਚੋਂ ਜਿਵੇਂ ਇੱਥੇ ਕੱਟਿਆ ਗਿਆ x ਦੀ ਪਾਵਰ 0 ਔਰ ਇਹਦੇ x ਖਤਮ ਹੋ ਗਿਆ। ਇਹੋ ਜੀ ਟਰਮ ਨੂੰ ਐਕਸਪੈਂਸ਼ਨ ਚ ਅਸੀਂ ਕਹਿੰਦੇ ਹਾਂ ਟਰਮ ਇੰਡੀਪੈਂਡੈਂਟ ਆਫ x ਜਾਂ ਕਨਸਟੈਂਟ ਟਰਮ ਵੀ ਕਹਿੰਦੇ। ਠੀਕ ਹੈ, ਸੋ ਨੋਟ ਕਰ ਲਓ ਕਿ ਜਦ ਵੀ ਉਹ ਪੁੱਛਿਆ ਕਿ ਟਰਮ ਇੰਡੀਪੈਂਡੈਂਟ ਆਫ x ਲੱਭੋ, ਇਹਦਾ ਮਤਲਬ ਅਸੀਂ ਉਹ ਟਰਮ ਲੱਭਣੀ ਹੈ ਜਿਹਦੇ ਚ x ਦੀ ਪਾਵਰ ਕਿੰਨੀ ਹੈ 0। ਸੋ ਇੱਕ ਆਹ ਟਰਮ ਹੈ, ਠੀਕ ਹੈ, ਇੱਕ ਆਹ ਟਰਮ ਹੈ ਜਿਹਦੇ ਚ x ਦੀ ਪਾਵਰ ਚਲੋ -2 ਹੈ, there is last term x raised per -4 ਵਾਲੀ। ਸੋ ਇਹਦੇ ਚ ਇੱਕ ਗੱਲ ਸਮਝਣ ਵਾਲੀ ਕੀ ਸੀ ਕਿ ਬੜੀਆਂ ਲਿਮਿਟਡ ਜਿਹੀਆਂ ਟਰਮ ਹੈ ਆਬਵੀਅਸਲੀ, ਸੋ ਬਹੁਤ ਸਾਰੀਆਂ ਟਰਮਸ ਨਹੀਂ ਹੈ। ਤਾਂ ਅਗਰ ਮੈਂ ਕਹਾਂ ਜੀ ਇਹਦੇ ਚ x ਕਿਊਬ ਦੀ ਟਰਮ ਕਿਹੜੀ ਹੈ, ਸੋ there is no term, ਕੋਈ ਟਰਮ ਨਹੀਂ ਹੈ ਚ x ਕਿਊਬ ਵਾਲੀ। ਤਾਂ ਜ਼ਰੂਰੀ ਨਹੀਂ ਹੈ ਸਾਰੀਆਂ ਟਰਮਸ ਹੋਣ, ਤਾਂ ਕੁਝ ਟਰਮਸ ਹੋ ਵੀ ਸਕਦੀਆਂ, ਕੁਝ ਟਰਮਸ ਨਹੀਂ ਵੀ ਹੋ ਸਕਦੀਆਂ, ਤਾਂ ਉਹ ਆਪਾਂ ਕੁਐਸਚਨ 'ਚ ਦੇਖਾਂਗੇ ਕਿਵੇਂ ਲੱਭਣੀ ਹੈ। ਠੀਕ ਹੈ, so there is a term containing x raised per 4, there is a term containing x square, there is a term independent of x, there is no term containing x cube, there is no term containing x raised per 10 and so on। so ਬਹੁਤ ਸਾਰੀਆਂ ਟਰਮਸ ਨਹੀਂ ਹੈ, ਕੁਝ ਟਰਮਸ ਹੈਗੀਆਂ, ਉਹ ਕਿਸੇ ਵੀ ਐਕਸਪੈਂਸ਼ਨ 'ਚ ਕਿੱਦਾਂ ਲੱਭਣੀਆਂ ਉਹ ਆਪਾਂ ਵੇਖਦੇ ਹਾਂ। ਹੁਣ ਇਹਦੇ 'ਚ ਪੁੱਤਰ ਕੀ ਸੀਗਾ ਕਿ ਇਹਤੇ ਟਰਮ ਹੈ ਬੜੀ ਛੋਟੀ ਜਿਹੀ ਐਕਸਪੈਂਸ਼ਨ ਲਈ ਹੈ ਨਾ, ਨੰਬਰ ਆਫ ਟਰਮ 5 ਬਣੀ ਹੈ ਤਾਂ ਤੁਸੀਂ ਚਲੋ ਐਕਸਪੈਂਡ ਵੀ ਕਰ ਲਿਆ। ਠੀਕ ਹੈ, ਅਗਰ ਮੈਂ ਕਹਾਂ ਜੀ ਇਹਦੇ 'ਚ ਇਸ ਐਕਸਪੈਂਸ਼ਨ 'ਚ ਵਟ ਇਜ਼ ਦ ਟਰਮ ਇੰਡੀਪੈਂਡੈਂਟ ਆਫ x, ਠੀਕ ਹੈ, ਯੂ ਕੁਡ ਹੈਵ ਅ ਕਰੇਜ ਕਿ ਥੋੜਾ ਜਿਹਾ ਤੇ ਆਪਾਂ ਚਲੋ 5 ਟਰਮ ਹੀ ਲਿਖਣੀਆਂ, ਲਿਖ ਲਾਂਗੇ ਤੇ ਕਹਿਤਾ ਵੀ ਤੀਜੀ ਟਰਮ ਇੰਡੀਪੈਂਡੈਂਟ ਆਫ x ਹੈ। ਤਾਂ ਅਗਰ ਮੈਂ ਤੁਹਾਨੂੰ ਕਹਾਂ ਹੁਣ 1 ਪਲੱਸ x ਪਲੱਸ 1 ਬਾਈ x ਰੇਜ਼ਡ ਪਰ 500, ਇਹ 'ਚ ਦੱਸੋ ਕਿੰਨੀ ਹੈ। ਤਾਂ ਹੁਣ 500 ਇੱਕ ਟਰਮ ਟਾਈਮ ਐਕਸਪੈਂਡ ਥੋੜੀ ਕਰਾਂਗੇ, ਜਾਂ ਮੈਂ ਇੱਥੇ ਕੁਝ ਚੇਂਜ ਕਰਦਾ। ਤਾਂ ਫਿਰ ਇਹਨੂੰ ਇੱਦਾਂ ਐਕਸਪੈਂਡ ਕਰਕੇ
नहीं कर सकते, तो हुण आपां तरीका सिੱਖਦੇ ਹਾਂ कि बिना एक्सपैंड किए हाउ टू टेल कि विच इज़ द टर्म इंडिपेंडेंट ऑफ एक्स एंड विच इज़ एनी टर्म कंटेनिंग कोई भी एक्स की पावर, ਇਹਦੇ ਚ एक्स की पावर 4 हो गया, ਜਾਂ मैं ਤੁਹਾਨੂੰ ਕੋਈ ਵੀ ਕਵਾਂ ਜਿਹੜੀ ਉਸ ਸੀਰੀਜ਼ 'ਚ ਹੈਗੀ ਹੈ ਉਹ ਆਪਾਂ ਕਿੱਦਾਂ ਲੱਭਣੀ ਹੈ। तो ਉਹਦਾ मैथड लिख लो, स्टैप 1 लिख लो पुत्र। स्टैप नंबर 1, राइट डाउन दी जनरल टर्म, राइट डाउन दी, बेसिकली मोटा मोटा एक स्टेप है, राइट डाउन दी जनरल टर्म ऑफ दैट एक्सपेंशन, दैट इज नथिंग बट टी, आर प्लस 1th टर्म ਉਹਦੀ ਲਿਖ ਲੈਣੀ ਆਪਾਂ, ठीक है। और लास्ट ਲੈਕਚਰ 'ਚ मैं ਦੱਸਿਆ ਸੀ कि ਲਿਖਣੀ ਹੈ ਜੇ ਜਨਰਲ ਟਰਮ ਤੁਸੀਂ ਲਿਖੋਗੇ ਸਾਰਾ, तो एक्स ਦੀ ਜਿਹੜੀ ਪਾਵਰਸ ਹੈ ਨਾ ਸਾਰੀਆਂ ਦੇ ਸਾਰੀਆਂ ਸਿੰਪਲੀਫਾਈ ਕਰਕੇ ਲਿਖ ਲੈਣੀਆਂ, ਮਤਲਬ ਇੱਦਾਂ ਲਿਖ ਲੈਣਾ NCR ਦੀ ਟਰਮ ਹੋਵੇ ਜੋ ਕਿ ਨੰਬਰ ਅੱਗੇ ਪਿੱਛੇ ਹੈਗੇ ਉਹ ਹੋਣ, ਤੇ एक्स ਦੀਆਂ ਸਾਰੀਆਂ ਟਰਮ ਕਲੈਕਟ ਕਰਕੇ ਉਹਦੀ ਇੱਕ ਪਾਵਰ ਬਣਾ ਕੇ ਲਿਖ ਲੈਣੀ, ठीक है। देन वी विल प्रोसीड। तो सिंपल स्टेप, राइट डाउन दी जनरल मतलब टी आर प्लस 1th टर्म, एंड ਉਹਦੇ ਬਾਅਦ ਆਪਾਂ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ ਬੜੇ ਆਰਾਮ ਦੇ ਨਾਲ। तो ਇੱਦਾਂ ਕਰਦੇ ਹਾਂ, ਲੈਟ ਅਸ ਟੇਕ ਦ ਸੇਮ ਐਗਜ਼ਾਮਪਲ, ठीक है। ਆਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਲੈਟ ਅਸ ਟੇਕ, ਮਤਲਬ ਇਹ ਤਾਂ ਹੁਣ ਤੁਹਾਡੇ ਮੂਹਰੇ ਇੱਕ ਤਰੀਕੇ ਨਾਲ ਪ੍ਰੂਫ ਪਿਆ ਨਾ ਆਹ ਵਾਲਾ, ਇਹ ਜੋ ਆਨਸਰ ਆਏਗਾ ਯੂ ਕੈਨ ਈਜ਼ੀਲੀ ਵੈਰੀਫਾਈ। ਤਾਂ ਮੰਨ ਲਓ ਤੁਹਾਨੂੰ ਮੈਂ ਹੁਣ ਕੁਐਸਚਨ ਸ਼ੁਰੂ ਤੋਂ ਦਵਾਂ ਕਿ find the term independent of x, comma term containing x raised to power minus 2 and term containing x raised to power, let's say 3, in the expansion of, ठीक है, you can write the full statement, x plus 1 by x raised to power 4, ठीक है। let us take the same example for the sake of verification, बाद च क्वेश्चन करने का तरीका सेम रहूगा। now let's do, पहला मैं की दस्सिया कि ਜਿਹੜੀ ਵੀ ਸੀਰੀਜ਼ ਦਿੱਤੀ ਹੈ एक्सपेंशन ਉਹਦੀ जनरल टर्म लिख लो। so now let us write down the tr plus 1th term, that is ncr, n ਤੇ ਆ 4 cr, a ਦੀ power is x, x raised to power 4 minus r, and b 1 by x, 1 by x raised to power r, ਇਹਨੂੰ simplify ਕਰ ਲਓ, 4cr x raised to power 4 minus r, हाँ जी 1 ਦੀ power r 1 ਆਊਗਾ, नीचे आ जाएगा x raised to power r। so last step, हाँ जी मैं की किया सी कि NCR वाली टर्म अगे लिख लो, आ गई, कोई होर टर्म तो नहीं है, x दियाँ टर्म्स इकट्ठियां करके लिख लो। सो x raised to power m डिवाइड बाय x raised to power n, हाँ जी दैट इज इक्वल टू x raised to power m minus n। सो आके ना होगा 4 minus r x raised to power 4 minus 2r। ਇਹ ਤੁਸੀਂ ਕੀ ਕੀਤਾ, ਇਹ ਤੁਸੀਂ ਇਸ ਸੀਰੀਜ਼ ਦੀ जनरल टर्म लिख ली, और ये आर की वैल्यू 0 1 2 पुट करते रहिए, साढ़े को अलग अलग टर्म्स आ जानियां जिहड़ियां सानू पता है, ठीक है, लास्ट R4 तक। हुण इदों बाद तुसीं रिवर्स काम करना शुरू करना। ना यू नो ना, हुण ख्याल नाल सुनियो, तुहानूं उहने रिवर्स पुछया, वो कहंदा जी इस सीरीज़ के अंदर वो टर्म दसो, पहला पार्ट विच इज़ इंडिपेंडेंट ऑफ एक्स, ठीक है, इंडिपेंडेंट ऑफ एक्स। now what does that mean कि ਆਪਾਂ ਉਹ ਟਰਮ ਲੱਭਣੀ ਹੈ ਜਿਹਦੇ ਚ x ਦੀ ਪਾਵਰ ਕਿੰਨੀ ਹੈ ਪੁੱਤਰ, 0। ਤਾਂ ਹੁਣ ਆਪਾਂ ਨੂੰ ਪਾਵਰ x ਦੀ ਪਤਾ ਹੈ, ਤਾਂ ਉਹ ਤੋਂ ਉਲਟਾ ਕਰਕੇ r ਲੱਭ ਲਾਂਗੇ। ਹੁਣ ਤੁਸੀਂ ਜਨਰਲ ਟਰਮ ਉਸ ਸੀਰੀਜ਼ ਦੀ ਲਿਖ ਲਈ ਹੈ, ਹੁਣ ਉਹ ਕੀ ਕਹਿੰਦਾ ਕਿ ਕਿਹੜੀ ਟਰਮ ਆ ਜਿਹਦੇ ਚ x ਦੀ ਪਾਵਰ ਕਿੰਨੀ ਆ, 0, ਤੇ ਠੀਕ ਹੈ, ਤੇ ਬਹੁਤ ਸੌਖਾ ਹੋ ਗਿਆ। ਤੁਸੀਂ ਇਹ ਜਨਰਲ ਟਰਮ ਲਿਖ ਲਈ ਹੈ, ਇਹਦੇ ਚ x ਦੀ ਪਾਵਰ ਤੇ ਵੇਖੋ ਆਹ ਵਾਲਾ, ਇਹਨੂੰ ਹੁਣ ਜਿੰਨਾ ਕਿਹਾ ਉਹਦੇ ਬਰਾਬਰ ਇਕੁਏਟ ਕਰ ਦਿਓ। ਸੋ ਫॉर टर्म इंडिपेंडेंट ऑफ एक्स, हाँ जी की करिए, आ वाला नंबर है एक्स की पावर वाला 4 minus 2r, दैट शुड बी इक्वल टू 0, एक्स की पावर है ना पुत्र ये, तो ये तो r कढ़ लो, किहड़े r वास्ते x की पावर 0 होएगी। सो 4 इक्वल टू 2r, r इक्वल टू 2, ठीक है। तो रिवर्स तुसीं कैलकुलेट कर लिया कि अगर r की वैल्यू इत्थे 2 रखोगे, इत्थे 2, तो 4 minus 4 0, ਇਹਦਾ मतलब उस टर्म च x की पावर 0 होएगी, मतलब वो टर्म इंडिपेंडेंट ऑफ x होएगी, गल खत्म, दैट्स इट। सो हुण तुसीं लभ लिया कि जिहड़ी टर्म इंडिपेंडेंट है ਉਹਦੇ ਲਈ r ਦੀ वैल्यू कितनी है पुत्र, 2 है। अच्छा हुण r ਦੀ वैल्यू 2 आ गई, इत्थे जल्दबाजी च गलती नहीं करनी, इत्थे r2 आया, ये सैकेंड टर्म नहीं है, r2 आया, टर्म कित्थे कड्डांगे, तो इत्थे हुण r ਦੀ वैल्यू 2 प्लग कर दो, पुट r2 देयर, ठीक है, समझ आई गल, r2 कढ लिया। सो लेट अस गेट द टर्म नाउ, एच पुट करके टर्म कढदे, हाँ जी टी आर तुसीं 2 कैलकुलेट किया है, इत्थे 2 प्लस 1 तीजी टर्म है,
टर्म इंडिपेंडेंट ऑफ एक्स, इतने आर की वैल्यू प्लग कर दो, हाँ जी दैट इज 4c2। हाँ जी ऑबवियसली इतने आर टू पुट करोगे तो एक्स की पावर तो 0 आनी है क्योंकि वो कैलकुलेट किया। देयरफॉर द थर्ड टर्म is the term which is independent of x, and that term after calculation is what, 4c2, and you know you did that already। so पहली दूजी तीजी टर्म सी ਤੁਹਾਡੀ independent of x है ना, और वो टर्म की बचती सी that is 4c2, ਉਹਦਾ ਕੋਐਫੀਸ਼ੀਐਂਟ 4c2 ਸੀਗਾ। ठीक है, I hope clear है पुत्र। now let us go move to the second part, कहना find the term containing x the power -2। ठीक है, तो मैं बार बार रिपीट कर रहा तरीका की है, जी टर्म जी सीरीज दी है बाबोनोमियल, ਉਹਦਾ ਪਹਿਲਾ ਕੰਮ ਕੀ ਕਰਨਾ ਹੈ, ਰਾਈਟ ਡਾਊਨ ਇਟਸ ਜਨਰਲ ਟਰਮ tr+1 ਟਰਮ ਲਿਖ ਕੇ, ਹਾਂਜੀ ਫਿਰ ਕੀ ਕਰਨਾ ਹੈ, ਉਹਦੇ ਚ x ਦੀ ਟਰਮਸ ਸਾਰੀਆਂ ਸੈਗਰੀਗੇਟ ਕਰ ਲਓ, ਬਾਕੀ NCR ਵਗੈਰਾ ਇਕੱਠੇ ਕਰ ਲਓ। ਔਰ ਹੁਣ ਜਦ ਉਹ ਪੁੱਛੇ ਕਿ ਇੰਡੀਪੈਂਡੈਂਟ ਆਫ x ਟਰਮ, ਇਹਦਾ ਮਤਲਬ ਆਪਾਂ ਨੂੰ ਉਹ ਟਰਮ ਚਾਹੀਦੀ ਹੈ ਜਿਹਦੇ ਚ x ਦੀ ਪਾਵਰ ਕਿੰਨੀ ਹੈ, 0, ਤੇ ਆ ਜਿਹੜੀ x ਦੀ ਪਾਵਰ ਹੈ ਆ ਵਾਲੀ, ਇਹਨੂੰ 0 ਇਕੁਏਟ ਕਰਕੇ ਇੱਥੋਂ r ਕੱਢ ਲਓ, r ਆ ਕੇ ਤੇ ਤੁਹਾਡੇ ਕੋਲ ਟਰਮ ਆ ਜਾਏਗੀ। ठीक है, अच्छा सैकेंड पार्ट जिदा आप जा रहे सी, सैकेंड पार्ट की पुछदा है, फाइंड दी टर्म कंटेनिंग टर्म हैविंग एक्स रेस्ट पर -2। ठीक है, हाँ जी हुण सोचो बड़ा सौखा, यू कैन डू दैट। वो कहता एक्स की पावर कितनी चाहिए अपन -2, तो आ एक्स जी पावर है दिस नंबर अगेन, देयरफॉर फॉर दिस टर्म दिस 4 - 2r शुड बी इक्वल टू वट, -2 है ना, एक्स की पावर -2, r कढ़ लो, इनू इधर ले जाओ, 4 + 2 6 इक्वल टू इनू इधर 2r, r इक्वल टू 3। ਇਹਦਾ ਮਤਲਬ ਉਹ ਵਾਲੀ ਟਰਮ ਜਿਹਦੇ ਚ x ਦੀ ਪਾਵਰ -2 ਹੋਊਗਾ, ਉਹਦੇ ਲਈ r ਦੀ ਵੈਲਿਊ 3 ਆ, ਤੇ ਇੱਥੇ r 3 ਰੱਖੋ ਪੁੱਤਰ, ਟਰਮ ਕਿਹੜੀ ਹੋਗੀ, 3 × 1 ਚੌਥੀ ਟਰਮ ਹੋਗੀ, r is 3, ਇੱਥੇ ਸਾਰੀ ਜਗ੍ਹਾ r3 ਪੁੱਟ ਕਰ ਦਿਓ, ਇੱਥੇ ਵੀ 3 ਪੁੱਟ ਕਰਤਾ, ਇੱਥੇ ਵੀ ਸੋ ਦੈਟ ਇਜ਼ 4c3, ਹਾਂਜੀ x ਦੀ ਪਾਵਰ, ਤੇ ਆਬਵੀਅਸਲੀ ਪੁੱਟ ਕਰੋਗੇ ਤੇ 3 ਤੇ 2 6, 4 - 6 -2 ਆਏਗਾ, ਉਹਦੇ ਤੋਂ ਕੈਲਕੂਲੇਟ ਕੀਤਾ, तो चौथी टर्म होगी द टर्म विच कंटेन एक्स रेस्ट पर -2। अगर पूछा जाए द कोफिशिएंट कितना है, तो एक्स रेस्ट पर -2 छड़ के जो भी बचा कुछ है दैट इज अ कोफिशिएंट, एंड इट्स कोफिशिएंट इज 4c3। ठीक है, एंड दैट वाज द फोर्थ टर्म, पहली दूजी तीजी चौथी टर्म अगर आप लिखते इदा, तो वो सी टर्म जी कंटेनिंग एक्स रेस्ट पर -2। ठीक है, आई होप क्लियर है, एंड लेट अस डू द लास्ट पार्ट, टर्म कंटेनिंग एक्स रेस्ट पर -3। एंड सानू पता है ਇਹਦੇ ਚੋਂ ਟਰਮ ਹੈ ਨਹੀਂ ਗੀ, ਲੈਟਸ ਸੀ ਵਾਟ ਹੈਪਨਸ ਜੇ ਉਹ ਟਰਮ ਨਾ ਹੋਵੇ। ਸੋ ਨਾਓ ਵੀ ਨੀਡ ਦਾ ਟਰਮ ਕੰਟੇਨਿੰਗ x रेस्ट पर -3 हैविंग x रेस्ट पर -3। हाँ जी की करिए, x की जो भी पावर है आ तुसी मतलब इत्थे तक कॉमन करना है, पर लिखोगे जनरल टर्म आया जी, तुसी गां लिखोगे जी कि फॉर द टर्म कंटेनिंग x रेस्ट पर -3 दिस नंबर शुड बी -3। सो हाँ जी इधर ले जाओ, 7 इक्वल टू 2r, r इक्वल टू 7/2, that is 3.5। now clearly कि सानू तो पता है ਜਿਹੜਾ r ਆ ਉਹਦੀ ਵੈਲਿਊ 0 ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ, ਹੋਲ ਨੰਬਰ ਹੁੰਦੇ ਕਿੱਥੇ ਤੱਕ ਹੁੰਦੇ, ਵੱਧ ਤੋਂ ਵੱਧ n ਤੱਕ। ਸੋ ਜਿੱਦਾਂ ਇੱਥੇ r 0 1 2 3 ਤੇ 4 ਤੱਕ ਹੀ ਪੋਸੀਬਲ ਹੈ। तो अगर r ਦੀ वैल्यू दैट यू कैन नोट, अगर r ਦੀ वैल्यू कोई फ्रैक्शन आ जाए, ठीक है, या नेगेटिव नंबर आ जाए, या मतलब 0 तो लैके n तो बार बार कुछ भी आ जाए, फिर कहांगे कि वो टर्म ਉਹਦੇ ਚ एग्जिस्ट नहीं करती, गल खत्म। सो इफ r comes out to be fraction or negative number or any other than this 0 to n होल नंबर तो इलावा कुछ भी आ जाए, फिर आप कहांगे वो टर्म एग्जिस्ट नहीं करती। तो इत्थे तक जद ਤੁਹਾਡਾ 3.5 आया तो सीधा लिखो clearly that term which contains x raised to power -4 does not exist in that series। now I have made that thing very clear कि जद भी किसी भी टर्म बनोमियल के अंदर a + b रेस्ट पर n के अंदर, ठीक है, कोई बनोमियल इत्थे a b च x दी टर्म्स कुछ होणगियां, ਉਹਦੇ ਚ x ਦੀ ਪਾਵਰ 0 मतलब टर्म इंडिपेंडेंट ऑफ x ਪੁੱਛੀ ਹੋਵੇ, ਜਾਂ ਆਪਾਂ ਕਹਿੰਦੇ ਕਨਸਟੈਂਟ ਟਰਮ ਪੁੱਛੀ ਹੋਵੇ, ਜਾਂ ਕੋਈ x रेस्ट पर किसी भी पर्टिकुलर नंबर ਦੀ x, ਜਿੱਦਾਂ ਮੈਂ ਐਗਜ਼ਾਮਪਲ ਚ ਕਰਾਇਆ x² x³ ਜਾਂ ਵਟਐਵਰ, ਤੋਂ x रेस्ट पर r ਦੀ ਕੋਈ ਵੀ ਕੋਫੀਸ਼ੀਐਂਟ ਪੁੱਛਿਆ ਹੋਵੇ ਜਾਂ ਉਹ ਟਰਮ ਪੁੱਛੀ ਹੋਵੇ, ਯੂ ਕੈਨ ਈਜ਼ਲੀ ਟੈਲ ਹਾਊ। ਸਟੈਪ ਕੀ ਆ, ਰਾਈਟ ਡਾਊਨ ਇਟਸ ਜਨਰਲ ਟਰਮ, ਠੀਕ ਹੈ, ਜਨਰਲ ਟਰਮ ਲਿਖੋ ਔਰ ਉਹਦੇ ਚ x ਦੀਆਂ ਸਾਰੀਆਂ ਪਾਵਰ ਇਕੱਠੀਆਂ ਕਰ ਲਓ, ਬਾਕੀ ਜਿਵੇਂ ਜਿਵੇਂ ਉਹ ਕਹਿੰਦਾ ਹੈ, ਅਗਰ ਉਹ ਕਹਿੰਦਾ ਜੀ ਟਰਮ ਇੰਡੀਪੈਂਡੈਂਟ ਆਫ x ਪਰ 0, ਤੇ ਆ ਜੋ ਵੀ x ਦੀ ਪਾਵਰ ਹੈ ਉਹਨੂੰ 0 ਇਕੁਏਟ ਕਰ ਦੋ, ਉੱਥੋਂ ਕੀ ਆ ਜਾਏਗਾ ਤੁਹਾਡੇ ਕੋਲ r ਆ ਜਾਏਗਾ। ਉਹ r
ਦੇਖ ਲਓ ਅਗਰ ਸੀਰੀਜ਼ 'ਚ ਹੈਗਾ ਮਤਲਬ ਅਗਰ 0 ਤੋਂ ਲੈ ਕੇ n ਦੇ ਵਿੱਚ ਆਉਂਦਾ ਤੇ ਉਹ ਵਾਲੀ ਟਰਮ ਤੁਸੀਂ ਕੱਢ ਸਕਦੇ ਹੋ। ਠੀਕ ਹੈ, r ਆ ਗਿਆ ਤੇ ਟਰਮ ਆ ਜਾਏਗੀ tr+1 ਟਰਮ, ਵੈਰੀ ਸਿੰਪਲ। ਅਗਰ ਉਹ ਕਹਿੰਦਾ ਕੋਫੀਸ਼ੀਐਂਟ ਆਫ x ਸਕੁਆयर ਤੇ ਠੀਕ ਹੈ ਜੀ, ਆਪ ਪੂਰੀ ਟਰਮ ਨੂੰ 2 ਨਾਲ ਇਕੁਏਟ ਕਰ ਦੋ, ਉੱਥੋਂ r ਕੱਢ ਲਓ। ਠੀਕ ਹੈ, तो बेसिकली स्टेप की बनता है, राइट डाउन द सीरीज एंड राइट डाउन इट्स जनरल टर्म, सॉर्ट द टर्म ऑफ x ਦੀ ਪਾਵਰਸ ਐਂਡ ਦੈਨ ਕੁਐਸਚਨ ਦੇ ਹਿਸਾਬ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਠੀਕ ਹੈ, ਸੋ ਲੈਟਸ ਕੁਇਕਲੀ ਸੋਲਵ ਸਮ ਕੁਐਸਚਨਸ ਐਂਡ ਅਗੇਨ ਮੈਂ ਕਹਿੰਦਾ ਕਿ ਤੁਹਾਡੇ ਦੋਨਾਂ ਵਾਸਤੇ ਇਕੁਅਲੀ ਇੰਪੋਰਟੈਂਟ ਹੈ। ਸਕੂਲ ਹੋ ਗਿਆ, ਕੰਪੀਟੀਸ਼ਨ ਹੋ ਗਿਆ, ਕੰਪੀਟੀਸ਼ਨ ਵੀ ਤਰੀਕਾ ਤੇ ਆਹੀ ਰਹਿਣਾ ਹੈ ਨਾ। ਠੀਕ ਹੈ, ਸੋ ਦੇਰ ਵਿਲ ਬੀ ਮੋਰ ਵੈਰਾਈਟੀ ਆਫ ਕੁਐਸਚਨਸ ਇਨ ਦ ਕਮਿੰਗ ਲੈਕਚਰ ਜਿਹੜੇ ਕੰਪੀਟੀਸ਼ਨ ਲਈ ਐਕਸਕਲੂਸਿਵ ਹੋਣੇ ਆ, ਬਟ ਸਕੂਲ ਲਈ ਤੇ ਫਿਰ ਇੰਨਾ ਜਿਹੜਾ ਤਰੀਕਾ ਤਾਂ ਸੇਮ ਰਹਿੰਦਾ। ਤੋ ਜਿਹੜਾ ਕੁਐਸਚਨ ਹੈ, find the value of a so the coefficients of x square and x cube in this expansion are equal. Now coefficients of x square, तो ਇਹਦਾ ਮਤਲਬ you are looking for the term containing x square. ठीक है, so और second we need to get the term containing what, x cube. तो ਭਾਵੇਂ x is per 0 ਦੀ ਟਰਮ ਲੱਭਣੀ ਹੈ, x square ਦੀ ਕਿਊਬ ਦੀ, ਕੀ ਤਰੀਕਾ ਦੱਸਿਆ, ਪਹਿਲਾਂ ਉਹਦੀ ਜਨਰਲ ਟਰਮ ਤੇ ਆ ਜਾਓ, tr+1 ਟਰਮ। ਸੋ ਹਾਂਜੀ NCR, n ਪੁੱਤਰ ਕਿੰਨਾ ਇੱਥੇ, n is 9, CR A ਇੱਥੇ ਆ ਤੁਹਾਡਾ 3 ਹੈ, 3 ਦੀ ਪਾਵਰ 9 ਮਾਈਨਸ r ਐਂਡ ਆ ਤੁਹਾਡਾ B ਹੈ AX ਦੀ ਪਾਵਰ r। ਠੀਕ ਹੈ, ਸੋ ਐਜ਼ ਆਈਵ ਟੋਲਡ ਯੂ ਟਰਮ ਨੂੰ ਸਿੰਪਲੀਫਾਈ ਕਰਕੇ ਲਿਖ ਲਿਆ ਪ੍ਰੋਪਰਲੀ ਐਂਡ 9CR, ਹਾਂਜੀ 3 ਦੀ ਪਾਵਰ 9 ਮਾਈਨਸ r, ਅੱਛਾ AX ਦੀ ਪਾਵਰ r ਮਤਲਬ A ਦੀ ਪਾਵਰ r ਟਾਈਮਸ x रेस्ट पर r, so A रेस्ट पर r, this is 9 and x raised to power r. So this is your general term of the series. ਆ ਤੁਸੀਂ series ਦੀ ਕੀ ਲਿਖ ਲਈ, general term ਲਿਖ ਲਈ। ਠੀਕ ਹੈ, now clearly r ਕਿੱਥੋਂ ਸ਼ੁਰੂ ਹੋਗਾ, r will start from 0 obviously and ਕਿੱਥੇ ਤੱਕ ਜਾਊਗਾ, 9 ਤੱਕ ਜਾਊਗਾ, ਵੱਧ 0 whole number 1 2 3 up to 9। now ਪਹਿਲਾ ਪਾਰਟ ਕਹਿੰਦਾ ਕੀ ਚਾਹੁੰਦਾ ਉਹ, find the coefficient of x square and x cube, नहीं sorry, find a such that the coefficient of x square and x cube are equal. So we need to find the term having x square. So for the term containing x square, मतलब x ਦੀ जो पावर है कितनी चाहिए, 2। ऐसे एक्सप्रेशन देखो, x ਦੀ पावर आया सारी है ना, सिंपलीफाई कर करके आई है। ਹੁਣ ਇਹਦਾ मतलब for term containing x square ਕੀ ਹੋਊਗਾ, ਆ ਨੰਬਰ 2 ਹੋਊਗਾ है ना, x raised पर 2, therefore r is equal to 2। so r2 कर लिया, ਹੁਣ r ਦੀ ਵੈਲਿਊ ਇੱਥੇ ਰੱਖੋ, ਤੁਹਾਡੇ ਕੋਲ ਪੂਰੀ ਟਰਮ ਆ ਜਾਊਗੀ, therefore 2+1 ਤੀਜੀ ਟਰਮ ਹੋਊਗੀ ਜਿਹਦੇ ਚ x ਸਕੁਅਰ ਹੋਊਗਾ। ਹਾਂਜੀ ਇੱਥੇ ਵੀ ਜਿੱਥੇ ਇੱਥੇ r ਹੈ ਨਾ, ਇੱਥੇ 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 r ਕੀ ਰੱਖ ਦਿਓ 2, ਹਾਂਜੀ ਉਹ ਟਰਮ ਕੀ ਹੋਊਗੀ, ਥਰਡ ਕਿਹੜੀ ਹੋਊਗੀ, NC 9C2, 3 ਦੀ ਪਾਵਰ 9 ਮਾਈਨਸ 2 7, ਹਾਂਜੀ a ਦੀ ਪਾਵਰ 2 ਐਂਡ x ਸਕੁਅਰ। ਸੋ ਦਿਸ ਇਜ਼ ਦਾ ਟਰਮ, ਥਰਡ ਟਰਮ ਕੰਟੇਨਿੰਗ x ਸਕੁਅਰ, ਐਂਡ ਆਪਾਂ ਨੂੰ ਉਹ ਜ਼ਿਆਦਾ ਇੰਟਰਸਟਿਡ ਹੈ ਕਿਹਦੇ ਚ, ਉਹਦੇ ਕੋਫੀਸ਼ੀਐਂਟਸ। ਸੋ ਦਿਸ ਇਜ਼ ਦਾ ਕੋਫੀਸ਼ੀਐਂਟ, x ਸਕੁਅਰ ਨੂੰ ਛੱਡ ਕੇ ਸਾਰਾ ਖਲਾਰਾ ਬਚਿਆ ਕੁਚਿਆ ਆ ਉਹਦਾ ਕੋਫੀਸ਼ੀਐਂਟ। ਠੀਕ ਹੈ, ਆ ਲੱਭ ਲਿਆ। ਹੁਣ ਕੀ ਕਰੀਏ ਆਪਾਂ, ਹੁਣ ਆਪਾਂ ਲੱਭਦੇ ਹਾਂ ਕੀ ਪੁੱਤਰ, ਟਰਮ ਕੰਟੇਨਿੰਗ x ਕਿਊਬ। ਸੋ ਫॉर द ਟਰਮ ਕੰਟੇਨਿੰਗ x ਕਿਊਬ, ਹਾਂਜੀ ਕੀ ਕਰੀਏ, x ਕਿਊਬ। ਠੀਕ ਹੈ, ਜਨਰਲ ਟਰਮ ਤੇ ਆਹੀ ਰਹਿਣੀ ਹੈ, ਹੁਣ ਬਾਰ-ਬਾਰ ਨਹੀਂ ਲਿਖਣੀ ਕਿਉਂਕਿ ਸੀਰੀਜ਼ ਤਾਂ ਸੇਮ ਹੀ ਹੈ ਨਾ। ऐसी सीरीज च x स्क्वायर की टर्म भी पुछदा, ऐसी च x क्यूब की भी, तो आ लिख ली ਉਹਦੀ ਤੁਸੀਂ ਜਨਰਲ ਟਰਮ ਇੱਕ ਵਾਰ ਲਿਖ ਲਈ। ਪਹਿਲਾਂ ਸਾਨੂੰ ਚਾਹੀਦਾ ਸੀ x ਸਕੁਅਰ ਦੀ ਟਰਮ ਤੇ x ਦੀ ਪਾਵਰ ਨੂੰ 2 ਪੁੱਟ ਕਰ ਲਿਆ। ਹੁਣ ਇਸੇ ਸੀਰੀਜ਼ 'ਚ x ਕਿਊਬ ਦੀ ਟਰਮ ਚਾਹੁੰਦਾ, ਤਾਂ ਇੱਥੇ ਹੀ x ਦੀ ਜਿਹੜੀ ਪਾਵਰ ਨੂੰ 3 ਪੁੱਟ ਕਰ ਦਾਂਗੇ। ਠੀਕ ਹੈ, ਇੱਦਾਂ ਨਹੀਂ ਕਿ ਬਾਰ-ਬਾਰ ਜਨਰਲ ਟਰਮ ਲਿਖਣੀ ਹੈ। ਸੋ ਫॉर ਦਿਸ, ਹਾਂਜੀ r3 ਹੋ ਗਿਆ, r ਇਜ਼ ਇਕੁਅਲ ਟੂ 3, ਇੱਥੇ r3 ਪੁੱਟ ਕਰੋ, ਕਿਹੜੀ ਟਰਮ ਹੋਏਗੀ, ਚੌਥੀ। ਹਾਂਜੀ ਸਾਰੀ ਜਗ੍ਹਾ r3 ਪੁੱਟ ਕਰ ਦਿਓ, ਸੋ ਦੈਟ ਇਜ਼ 9c3, 3 ਦੀ ਪਾਵਰ ਹਾਂਜੀ 9 minus 3 6 and a the power 3 and x cube. So this is the term in this expansion, ठीक है, containing what, x cube, और ਸਾਨੂੰ ਕੋਫੀਸ਼ੀਐਂਟ ਚਾਹੀਦਾ ਤੇ x cube ਨੂੰ ਛੱਡ ਕੇ ਸਾਰਾ ਖਲਾਰਾ ਜਿਹੜਾ ਆ ਵਾਲਾ, this is the coefficient of x cube in this term। ਠੀਕ ਹੈ, ਆਈ ਹੋਪ ਇੰਨੀ ਗੱਲ ਤੁਹਾਨੂੰ ਪੁੱਤਰ ਸਮਝ ਆ ਗਈ ਹੋਏਗੀ। ਤੇ ਹੁਣ ਕੀ ਚਾਹੁੰਦਾ ਉਹ, ਹੁਣ ਚਾਹੁੰਦਾ ਹੈ क्वेश्चन चो ने कहा सी कि इन्हां दोनों के कोफिशिएंट बराबर है, मतलब these two green rectangles are equal। बस अब बाकी का हम कैलकुलेशन रहेगी। सो 9c2 3 raised per 7 a square is equal to 9c3 3 raised per 6 a cube, इत्थों ਅਸੀਂ a ਕੱਢ ਲਾਂਗੇ है ना। तो ये
being non-zero ਕੱਟਿਆ ਗਿਆ, ਆ 3 raised by 6 ਆ 3 ਆ ਗਿਆ। ਸੋ a ਦੀ ਵੈਲਿਊ ਤੁਹਾਡੇ ਕੋਲ ਆ ਗਈ ਆ a 9c2 times 3 divide by 9c3। this is the value of a and you can simplify that है ना, या ਉਹ NCR रेशो वाला फार्मूला ला दो ਇੱਥੇ 9 ਉੱਪਰ सेम है नीचे 3 आ 2 नीचे ਵੱਡਾ है आ हो गया R n minus R plus 1 by R ਇਹ ਤੇ ਇਹਦੀ ਵੈਲਿਊ ਆ ਗਈ into R3 this is the value of A। ठीक है पुत्र, तो आई होप आ गल समझ आई है ਤੁਹਾਨੂੰ। तो let us move to more problems, ठीक है, for practice sake। हाँ जी, क्वेश्चन कहता है फाइंड द टर्म इंडिपेंडेंट ऑफ एक्स इन दिस। ठीक है, चलो इंडिपेंडेंट ਲਈ ਪਹਿਲਾ ਕੰਮ ਕਰਨਾ ਹੈ ਆਪਾਂ ਜਨਰਲ ਟਰਮ। ਸੋ टी आर प्लस 1th टर्म इज n, n ਕਿੰਨਾ ਪੁੱਤਰ 6 सी आर ए रेस्ट पर ए है ਤੁਹਾਡਾ 3/2। ਠੀਕ ਆ, ਕੁਐਸਚਨ ਮੈਂ ਤਾਂ ਲਿਆ ਕਿ ਚਲੋ ਇਹ ਕੈਲਕੂਲੇਸ਼ਨ ਥੋੜੀ ਜ਼ਿਆਦਾ ਹੈ ਔਰ ਤੁਹਾਨੂੰ ਪਤਾ ਲੱਗ ਜਾਏ ਕਿ ਕਿੱਦਾਂ ਕਿੱਦਾਂ ਆਪਾਂ ਟਰਮਸ ਨੂੰ ਖਿਆਲ ਨਾਲ ਕੈਲਕੂਲੇਟ ਕਰਨਾ ਹੈ, ਸੈਗਰੀਗੇਟ ਕਿੱਦਾਂ ਕਰਨਾ ਹੈ। ਸੋ NCR ए रेस्ट पर n minus r b, b ਪੁੱਤਰਾ ਮਾਈਨਸ ਵੀ ਆਊਗਾ, that is minus 1 by 3x raised to power r। ठीक है, now let us simplify। हाँ जी, कितना आ गया t r plus 1 6 c r। अच्छा ਹੁਣ ਇੱਥੇ ਦੇਖੋ ਆ ਤੇ ਪਾਵਰ ਹੈ ਪੂਰੀ, नीचे नंबर है। हाँ जी, आ वाले एक न्यूमरेटर 3 है। आई होप यू रिमेंबर दीज प्रॉपर्टीज a b c लेट्स से डिवाइड बाय d रेस्ट पावर n इज, अगर मल्टीप्लाई ते डिवाइड होवे पावर तुसी इंडिविजुअली रख सकते हो, a रेस्ट पावर n b रेस्ट पावर n। ठीक है, यू कैन डू दैट। सो देयरफॉर आ कितना आ गया 3 रेस्ट पावर 6 माइनस r एंड x रेस्ट पावर बेसिकली है देखो x स्क्वायर दी पावर 6 माइनस r। सो आपस मल्टीप्लाई हो जाने, x रेस्ट पर 12 माइनस 2r। हाँ जी, फिर नीचे 2 की भी पावर आनी है 2 रेस टू पावर 6 माइनस r। ठीक है, ये तो आप हाले सिर्फ पहली टर्म नू एदी पावर सैग्रीगेट की। हुण इधर आ जाओ -1 की पावर r -1 सारे मल्टीप्लाई हो रहे हैं, -1 रेस्ट पावर r। हाँ जी, नीचे 3 रेस्ट पावर r। हाँ जी, नीचे 4x रेस्ट पावर r। ठीक है, लास्ट स्टेप x की टर्म हले इकट्ठी करनी है, तो टी आर प्लस 1 टर्म है 6 सी आर। ठीक है, पहला NCR की टर्म लिखा करो, बाकी देखो 3 की एक टर्म है एक है। सो न्यूमरेटर डिनोमिनेटर हाँ जी कितना होगा है 3 रेस्ट पर 6 माइनस आर आ वाली टर्म ऊपर जाके। सो देयर इज लाइक टर्म्स बेसिकली इकट्ठियां कर लेनी है -2r 2 की पावर वाली एक टर्म है उन्होंने इधर लें 2 रेस्ट पावर 6 माइनस आर अब मल्टीप्लाई हाँ जी आ भी हो गई टर्म, आ भी हो गई, आ भी लिख ली, आ भी -1 रेस्ट पावर r ये भी लिख लो टाइम्स हाँ जी x दी हुण x दी एक आ टर्म है न्यूमरेटर च आ नीचे। हाँ जी, ऊपर आ कितना होगा 12 माइनस 2r माइनस r। सो x रेस्ट टू पावर 12 माइनस 3r दिस इज इट। ये तुसी ए दी जनरल टर्म लिख ली एंड r क्लियरली कितने शुरू होगा, r स्टार्ट फ्रॉम 0 to 6 होल नंबर 0 1 2 3 अप टू 6। तो r दी अलग अलग वैल्यू रखांगे तो अपने को अलग अलग टर्म्स आ जाएंगे। ठीक है, मैं हुण उपर वालियां स्टेटमेंट्स आरंभ कर दें। हुण वो पुछता है फाइंड द टर्म इंडिपेंडेंट ऑफ एक्स ਇਹਦੇ ਚ। तो हुण इस टर्म च इंडिपेंडेंट ऑफ एक्स वाली टर्म किहड़ी होगी ਜਿਹਦੇ ਚ आ एक्स ਦੀ ਸਾਰੀ ਪਾਵਰ ਕਿੰਨੀ ਹੋगी ਪੁੱਤਰ 0। सो फॉर द टर्म इंडिपेंडेंट ऑफ एक्स प्रॉपर लिख दियो दिस 12 माइनस 3r इक्वल टू 0 therefore r इक्वल टू 4। ठीक है, तो मतलब जब r 4 होगा ਇੱਥੇ ਜਿੱਥੇ ਜਿੱਥੇ आ रहा ਉੱਥੇ ਉੱਥੇ r ਦੀ ਵੈਲਿਊ 4 ਰੱਖ ਕੇ टर्म कर लो। सो हाँ जी, टर्म किहड़ी हो गई 4 जमा 1 पंजवीं टर्म होनी है ए सीरीज। हाँ जी, r की वैल्यू कितनी है 4, सो दैट इज 6c4। हाँ जी, इतने 4 ते 2 8 3 की पावर -2 इतने 2 की पावर 2 -1 की पावर 4 +1 इंटू 1 एंड इतने ऑब्वियसली r 4 रखोगे तो x की पावर 0 आ जाएगी। तो आ थोड़े को टर्म आ गई विच इज इंडिपेंडेंट ऑफ एक्स। ठीक है, और इन्हें सॉल्व कर दो यू कैन बिकॉज दिस इज वेरी सिंपल, सॉल्व करके नंबर बना के तुसी दे देना है। बाकी ऑब्जेक्टिव है तो यू कैन ऑब्वियसली सी के
यू नो इदां दी टर्म च आंसर है या नंबर पूरा सॉल्व करके रखे। ठीक है बेटे। सो एरिया, और अगर मान लो ये पूछते कि फाइंड द टर्म, लेट्स से है ना सेकंड थर्ड पार्ट बना लिए, फाइंड द टर्म कंटेनिंग एक्स क्यूब। ठीक है, लेट्स सी अगर है कि नहीं। तो अगर कोई टर्म है, बिकॉज राइट नाउ वी डू नॉट नो है कि नहीं, अगर कोई टर्म है तो ਉਹਦੇ ਚ एक्स की पावर ਜਿਹੜੀ है 12 माइनस 3r शुड बी इक्वल टू 3, है ना। लेट्स सी कितना होगा 12 माइनस 3 इक्वल टू 3r। हाँ जी, कितना हो गया 9 इक्वल टू 3r, r इक्वल टू 3। ਇਹਦਾ मतलब r 3 ਇੱਥੇ ਰੱਖੋਗੇ ਤੇ 3 ਜਮਾ ਇੱਕ ਚੌਥੀ ਟਰਮ ਹੋਣੀ ਹੈ ਜਿਹਦੇ ਚ x ਕਿਊਬ ਆਊਗਾ। ਸੋ ਇਹਦੀ ਐਕਸਪੈਂਸ਼ਨ ਤੋਂ ਇੱਥੇ ਤੁਸੀਂ r ਦੀ ਵੈਲਿਊ 3 ਰੱਖ ਦਿਓ, ਆਟੋਮੈਟਿਕਲੀ ਤੁਹਾਡੇ ਕੋਲ ਟਰਮ ਆ ਜਾਏਗੀ ਉਹ ਵਾਲੀ। ठीक है, आई होप यू आर अंडरस्टैंडिंग। तो चलो एक लास्ट एग्जाम्पल कर लिए। मैं कहा कि ये अगर एग्जिस्ट करती है टर्म हैविंग एक्स इस्ट पर 4 लभो। ठीक है, तुसी जनरल टर्म लिख लीए। जनरल टर्म के बाद हम एक्स की पावर कि चाहिए अपन 4, सो देयरफॉर फॉर दिस टर्म 12 माइनस 3r इक्वल टू 4, 3r इक्वल टू 8, r इक्वल टू 8 by 3। सो क्लियरली एज r इज अ फ्रैक्शन, देयरफॉर इस एक्सपेंशन के अंदर there is no term having x raised to power 4। term does not exist in this expansion। ठीक है, आ रहा है बाकी, लेट्स मूव फॉरवर्ड। हाँ जी, वो कहता है फाइंड द टर्म इंडिपेंडेंट ऑफ एक्स। तो चलो हुण तक तो आइडिया तुहानूं लग गया। हुण तो सिर्फ एक थोड़ी कैलकुलेशंस इन्वॉल्व हो जानी, बाकी तो तरीका सेम है। हाँ जी, टर्म चाहिए इंडिपेंडेंट ऑफ एक्स, की करिए, लेट अस राइट डाउन द जनरल टर्म। सो टी आर प्लस वन टर्म इज एन आई 18 सी आर ए आया पुत्र एक्स रेस्ट पर 1 by 3 द पावर 18 माइनस आर। ठीक है, एंड अब बी है सारा 1 by 2, 1 by 2 और आ है एक्स रेस्ट पर 1 by 3 ए दी पावर आर। एंड एज आई टोल्ड यू, लेट अस नाउ गैदर द टर्म्स ऑफ एक्स। हाँ जी, आज देखो कितना आ नंबर ये मल्टीप्लाई होगा। सो देयरफॉर दैट इज एक्स रेस्ट पर 18 माइनस आर बाय 3। हाँ जी, इनटू 1 दी पावर आर 1, नीचे 2 दी पावर आर, हाँ जी, इनटू ਇਹਦੇ ਨਾਲ x ਦੀ ਪਾਵਰ 1 by 3 टाइम्स r x रेस्ट पर, हाँ जी, कितना आ गया नीचे r by 3, ਜਿਹੜਾ कि इफेक्टिवली चलो मैं इतने स्टैप खादा एक ना ऊपर जाके कितना होगा x रेस्ट पर माइनस r by 3। तो हुण आ दोनों टर्म ਜਿਹੜੀਆਂ ਇਕੱਠੀਆਂ हो जानियां x वालियां। हाँ जी, बेस सेम है, पावर ऐड कर दो ਇੱਥੇ, यू गाइस कैन इमेजिन, ਤੇ ਆ ਇੱਥੇ आ जाएगा माइनस r by 3, माइनस r by 3। आ ਤੁਹਾਡੇ को सिंपलीफाई करके टर्म्स आ गया 18 सी आर 1 by 2 रेस्ट पर आर। हाँ जी, आ कितना आ गया 18 माइनस 2 आर बाई 3। सो एक्स रेस्ट पर 18 माइनस 2 आर। दिस इज द व्हाट, दिस इज द जनरल टर्म। टी आर प्लस वन टर्म आ गई थोड़ी। ठीक है, इन्हों इदा लिख ली टी आर प्लस वन। हुण की कहंदा फॉर द टर्म व्हाट इंडिपेंडेंट ऑफ एक्स। सो फॉर द टर्म इंडिपेंडेंट ऑफ एक्स, दिस एक्स की जो भी पावर है सारी दी सारी that should be equal to 0। So therefore 18 minus 2r for the term having x power 0 should be equal to 0। हाँ जी, therefore r equal to 9। तो जब r की वैल्यू थोड़े को 9 आ गई पुत्र, ठीक है, 9 जमा 1 तो 10वीं टर्म होगी ये 19 टर्म है ना, r 18 है 19 टर्म्स होनी है, तो वो 10वीं टर्म होनी है इंडिपेंडेंट। तो जिथे इतने r है उत्थे उत्थे तुसी r की वैल्यू 9 रख दो, दैट इज 18 c9। ठीक है, 1 by 2 raised to power 9 and obviously 9 2 18 minus 18 x raised to power 0 आ जाएगा। ठीक है, सो अगर कोफिशिएंट पूछा होता तो दिस इज द कोफिशिएंट दैट यू कैन टेल, दिस इज द कंप्लीट टर्म। इज इट क्लियर? ओके, नाउ लेट्स मूव फॉरवर्ड। कहते हैं फाइंड द कोफिशिएंट ऑफ x raised to power 5 इन दिस। नो प्रॉब्लम, किसी भी टर्म का कोफिशिएंट चाहिए x raised to power 5 का या इंडिपेंडेंट का या वटएवर इदा ना, तो की करीदा पहला जनरल टर्म। सो टी आर प्लस वन टर्म एन सी आर एन इज राइट देयर 9 8 सॉरी 8 सी आर। हाँ जी, एक्स की पावर 8 माइनस आर एंड 3 की पावर आर। सो देयरफॉर आ थोड़े को टर्म आ गई पुत्र, तो तरीके लिख लो थोड़ा जा 8 सी आर
3 raised power r and x raised power 8 minus r ਆ x ਦੀ ਪਾਵਰ ਆ ਗਈ। ਸੋ ਪਹਿਲਾ ਕੁਐਸਚਨ ਕਹਿੰਦਾ for the term containing x raised power 5 तो ਕੀ ਹੋਊਗਾ let's do quickly now this whole number ਸਾਰਾ ਆ ਵਾਲਾ 5 ਹੋਊਗਾ। so 8 minus r equal to 5 ठीक है and therefore r equal to 3 जब r 3 आ गया इत्थे r 3 रखो तो 3 जमा एक चौथी टर्म होनी है ठीक है r रखो 3 इत्थे इत्थे so therefore 8c3 and 3 raised power 3 x raised power 5 so this is the term so fourth term है ਉਹਨੇ ਚ क्वेश्चन पूछा find the coefficient तो coefficient की आ वाला therefore the coefficient of the term containing x raised power 5 is 8c3 into 3 raised power 3 you can obviously simplify that is that clear so आ रहा ये वाला क्वेश्चन नेक्स्ट क्वेश्चन करते हैं कहता जी find the term in this series containing this number तो पहला यदि जनरल टर्म लिख लो so let us write down the general term t r plus 1 term हाँ जी ncr n is 12 cr a लिखे a raised power 12 minus r and this is your total other number raised to power r ठीक है so let's simplify 12 cr हाँ जी a raised to power 12 minus r okay minus 1 दी power r आ लिख लिया फिर 2 दी power r आ लिख लिया फिर b दी power r ठीक है this is your general term of this series so r ਦੀਆਂ ਅੱਡ ਵੈਲਿਊ ਲਿਖੋਗੇ ਕਿੱਥੋਂ ਤੱਕ 0 ਤੋਂ ਲੈ ਕੇ 12 ਤੱਕ ਸਾਰੀਆਂ ਟਰਮਸ ਆ ਜਾਣੀਆਂ ਹੁਣ ਕਹਿੰਦਾ a ਦੀ ਪਾਵਰ 5 ਤੇ b ਦੀ ਪਾਵਰ 7 ਤੁਸੀਂ ਭਾਵੇਂ a ਦਾ ਕੋਐਫੀਸ਼ੀਐਂਟ ਕੰਪੇਅਰ ਕਰ ਲਓ b ਦਾ ਆਨਸਰ ਦੋਨਾਂ ਸੇਮ ਆ ਜਾਏਗਾ ਠੀਕ ਹੈ तो ਡਸਨਟ ਮੈਟਰ तो ਮਤਲਬ ਆਪਾਂ ਨੂੰ ਉਹ ਟਰਮ ਚਾਹੀਦੀ ਹੈ b ਦੀ ਪਾਵਰ 7 ਹੈ ਹਨਾ तो b ਦੀ ਪਾਵਰ ਕਿਹੜੀ ਹੈ ਇਹਦੇ ਚ therefore this number should be equal to how much 7 ਇਹਦਾ ਮਤਲਬ r ਕਿੰਨਾ ਆ ਗਿਆ ਪੁੱਤਰ 7 ठीक है ਹੁਣ obviously देखो ਇੱਥੇ जब r ਦੀ ਵੈਲਿਊ 7 ਰੱਖੋਗੇ ਨਾ ਇੱਥੇ ਤੇ 12 7 ਕਿੰਨਾ ਆਊਗਾ 5 तो ਇੱਥੇ ਟਰਮ ਕੀ ਆ ਜਾਏਗੀ a ਦੀ ਪਾਵਰ 5 ਤੇ b ਦੀ ਪਾਵਰ 7 ठीक है तो automatically आ जाएगी so लिख दो for the term containing like b raised to power 7 you could have already also equated a ਦੀ ਪਾਵਰ ਤੁਹਾਨੂੰ ਮੈਂ already ਦੱਸਤਾ ਆਨਸਰ ਸੇਮ ਆਊਗਾ so for the term containing b raised to power 7 therefore r equal to 7 r 7 ਆ ਗਿਆ तो ਇੱਥੇ r ਦੀ ਵੈਲਿਊ 7 ਪੁੱਟ ਕਰ ਦਿਓ 7 ਜਮਾ ਇੱਕ 8ਵੀਂ ਟਰਮ ਹੋਣੀ ਹੈ हाँ जी r 7 रख दो इत्थे 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 तो कितना आ गया 12 c 7 minus 1 raised per 7 2 raised per 7 हाँ जी a raised per 12 minus 7 5 and b raised per 7 so this is the 8th term but question was asked what is the coefficient of the this thing and the coefficient so ਇਹਨੂੰ ਛੱਡ ਕੇ this is the coefficient so the coefficient of this is this so ਆ ਤੁਸੀਂ simplify ਕਰ ਲਿਓ ਤੁਹਾਡਾ ਆਨਸਰ ਆ ਜਾਊਗਾ ठीक है so let's move forward can in the expansion this prove that the coefficient of ठीक है तो माइंड च बिठा लो सीधा सीधा कि जब भी मतलब लास्ट लेक्चर आप थोड़ा रिवाइज करना जब भी कभी टर्म लभो मतलब 10 7वीं टर्म टर्म ਲੱਭਣ ਲਈ ਤੇ ਆਪਾਂ ਕਰਦੇ ਆ +1 ਕਰਕੇ ਲਿਖਦੇ ਆ r ਆ ਗਿਆ ਤੇ ਤੁਸੀਂ ਟਰਮ ਲਿਖ ਲੈਂਦੇ ਹੋ जब भी वो कभी किसी भी टर्म ਦਾ ਕੋਫੀਸ਼ੀਐਂਟ ਆਫ a raised per this x raised per this ਤੇ ਫਿਰ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਉਹਦੀ ਜਨਰਲ ਟਰਮ ਲਿਖਣੀ ਹੈ ਉਹਦੀਆਂ ਟਰਮਸ ਸੈਗਰੀਗੇਟ ਕਰਨੀਆਂ ਫਿਰ ਪਾਵਰ ਨੂੰ ਇਕੁਏਟ ਕਰਕੇ ਤਦ ਉਹਦਾ ਕੋਫੀਸ਼ੀਐਂਟ ਨਿਕਲੇਗਾ ਠੀਕ ਹੈ ਮੈਂ ਬਾਰ-ਬਾਰ ਚਿੱਤ ਕਰਾ ਰਿਹਾ ਤੁਹਾਨੂੰ तो ਹੁਣ ਕਹਿੰਦਾ ਜੀ ਪ੍ਰੂਵ दैट द ਕੋਫੀਸ਼ੀਐਂਟਸ ਆਫ ਦਿਸ तो ਇਹਨਾਂ ਦੇ ਜੋ ਵੀ ਪ੍ਰੂਵ ਕਰਨਾ ਉਹ ਬਾਅਦ ਦੀਆਂ ਗੱਲਾਂ ਪਹਿਲਾਂ ਇਹਨਾਂ ਦੇ ਕੋਫੀਸ਼ੀਐਂਟਸ ਲੱਭਦੇ ਆ ठीक है तो ਉਹਦੇ ਲਈ ਕੀ ਲਿਖਣਾ ਹੁੰਦਾ ਪਹਿਲਾਂ ਜਨਰਲ ਟਰਮ ਲਿਖਣੀ ਹੁੰਦੀ ਵੈਰੀ ਗੁੱਡ ਸੋ ਪਹਿਲਾਂ ਇਹਦੀ ਜਨਰਲ ਟਰਮ ਲਿਖ ਲਓ ਸੋ tr plus 1 term is ncr n ਕਿੰਨਾ ਪੁੱਤਰ ਉਹਦੀ ਪਾਵਰ ਕਿੰਨੀ ਆ m plus n cr ਹਾਂਜੀ ਪਹਿਲਾ ਨੰਬਰ 1 ਹੈ 1 ਦੀ ਪਾਵਰ ਸਮਥਿੰਗ 1 ਦੂਜਾ a ਹੈ a ਦੀ ਪਾਵਰ ਆਹ r ਸੋ ਇਹ ਇਹਦੀ ਤੁਸੀਂ ਜਨਰਲ ਟਰਮ ਲਿਖ ਲਈ ਠੀਕ ਹੈ ਆਈ ਹੋਪ ਸਮਝ ਆ ਰਿਹਾ ਪੁੱਤਰ ਹੁਣ ਉਹ ਕਹਿੰਦਾ prove that the coefficient of these two a raised per m ਤੇ a raised per n ਪਹਿਲਾਂ ਕੀ ਕਰਦੇ ਆ for the coefficient of a raised per m ठीक है a ਦੀ ਪਾਵਰ ਕਿੰਨੀ ਚਾਹੀਦੀ ਹੈ m ਚਾਹੀਦੀ ਹੈ ਹਾਂਜੀ ਇੱਥੇ a ਦੀ ਪਾਵਰ ਆਇਆ therefore for this coefficient ਹਾਂਜੀ r ਕਿੰਨਾ ਹੋਊਗਾ ਪੁੱਤਰ m ਹੋਊਗਾ ਠੀਕ ਹੈ ਇਹਨੂੰ ਇਕੁਏਟ ਕਰ ਦੋ ਜਿੱਦਾਂ ਪਹਿਲਾਂ ਹੁੰਦਾ ਸੀ ਨਾ a ਸਕੁਆਇਰ a ਕਿਊਬ ਤੇ ਜੋ ਵੀ ਪਾਵਰ ਕਹੀ ਗਈ ਹੈ ਉਹਨੂੰ ਇਕੁਏਟ ਕਰ ਦਿਓ ਇੱਥੇ a ਦੀ ਪਾਵਰ m ਚਾਹੁੰਦਾ ਹੈ ਉਹ ਤੇ ਆਹ ਵਾਲਾ ਨੰਬਰ m ਹੋ ਗਿਆ ਠੀਕ ਹੈ ਹੁਣ r ਦੀ ਵੈਲਿਊ m ਰੱਖੋ
ਚਲੋ ਟਰਮ ਤੇ ਆ ਜਾਊਗੀ m+1, ਬਟ ਸਾਨੂੰ ਕਿਹਨਾਂ ਮਤਲਬ ਹੈ ਕੋਫੀਸ਼ੀਐਂਟ ਨਾਲ। ਤੋਂ ਟਰਮ ਕੀ ਆ ਗਈ, r ਦੀ ਵੈਲਿਊ ਕਿੰਨੀ ਰੱਖੀ ਹੈ ਪੁੱਤਰ, m ਰੱਖ ਦਈਏ, ਜਿੱਥੇ ਤੇ r ਹੈ ਉੱਥੇ ਤੇ m ਰੱਖ ਦੋ। ਦ ਟਰਮ ਵਿਲ ਬੀ m+n c m and a raised to power m, and we are interested in the coefficient of a raised to power m, and that is nothing but this। तो a raised to power m ਦਾ ਜਿਹੜੀ ਵੀ ਟਰਮ ਹੈ ਕੋਫੀਸ਼ੀਐਂਟ ਆ ਹੋ ਗਿਆ, ਠੀਕ ਹੈ। ਹੁਣ a raised to power n ਦਾ ਕੋਫੀਸ਼ੀਐਂਟ, ਸਿਮਿਲਰਲੀ ਕੋਫੀਸ਼ੀਐਂਟ ਆਫ a raised to power n, ਹਾਂਜੀ ਆ ਪਾਵਰ n ਹੋ ਜਾਏਗੀ, ਇਸ ਕੇਸ 'ਚ rn ਆ ਜਾਊਗਾ, ਹਾਂਜੀ ਇੱਥੇ ਤੇ rn ਰੱਖ ਦਿਓ, ਤੇ ਉਹ ਟਰਮ ਕਿਹੜੀ ਆ ਜਾਣੀ ਹੈ, ਕੋਫੀਸ਼ੀਐਂਟ ਆ ਜਾਣਾ m+n(c(n) a raised to power n, and in that case this is the coefficient। ਠੀਕ ਹੈ। ਹੁਣ ਕੁਐਸਚਨ ਕਹਿੰਦਾ ਪ੍ਰੂਵ ਦੈਟ ਇਹਨਾਂ ਦੇ ਕੋਫੀਸ਼ੀਐਂਟ ਬਰਾਬਰ ਹੈ। ਉਹ ਕਹਿੰਦਾ ਕਿ ਸ਼ੋ ਕਰੋ ਜੀ ਆ ਦੋਨੋਂ ਨੰਬਰ ਬਰਾਬਰ ਹੈ m ਪਲਸ, ਹਾਲਾਂਕਿ ਟਿਲ ਨਾਓ ਯੂ ਨੋ ਦੇ ਆਰ ਇਕੁਅਲ, ਹੈ ਨਾ। ਵਾਈ, ਬਿਕੋਜ਼ ਇਹਨਾਂ ਦੋਨਾਂ ਦਾ ਸਮ ਉੱਪਰ ਲਿਖਿਆ ਹੋਇਆ ਤੇ ਆਬਵੀਅਸਲੀ ਆ ਬਰਾਬਰ ਹੈ। ਜੇ ਇਦਾਂ ਉਹਨੂੰ ਪੂਰਾ ਹੀ ਹੋਰ ਯਕੀਨ ਦਿਵਾਉਣਾ ਤੇ ਯੂ ਗਾਇਸ ਕੈਨ ਐਕਸਪੈਂਡ ਕਰ ਲਓ, ਹਾਂਜੀ m+n ਫੈਕਟੋਰੀਅਲ डिवाइड बाय m फैक्टोरियल, हाँ जी m+n - m n फैक्टोरियल, ये ਇਹਦੀ वैल्यू आ गई, ਇਹਨੂੰ भी एक्सपेंड करो, you get the same value m+n फैक्टोरियल and n फैक्टोरियल and m+n - n m फैक्टोरियल। so these coefficients are equal। so जब भी क्वेश्चन देखो ਪਹਿਲਾਂ ਪ੍ਰੋਬਲਮ ਨੂੰ ਖਿਆਲ ਨਾਲ ਪੜੋ, ਚਾਹੀਦਾ ਕੀ ਹੈ ਸਾਨੂੰ, ਚਾਹੀਦਾ ਕਿਸੇ ਵੀ ਟਰਮ ਦੇ a raised power ਦੇ x raised power ਦੇ ਕੋਫੀਸ਼ੀਐਂਟ ਤੋਂ ਪਹਿਲਾਂ ਉਹਦਾ ਜਨਰਲ ਟਰਮ ਤੇ ਆ ਜਾਓ, ਫਿਰ ਜਿਹੜਾ ਕੋਫੀਸ਼ੀਐਂਟ ਚਾਹੀਦਾ ਉਹ ਲਿਖ ਲਓ, ਉਹਦੇ ਬਾਅਦ ਜੋ ਕੁਐਸਚਨ 'ਚ ਕਹਿੰਦਾ ਹੈ ਉਹਨੂੰ ਤੁਸੀਂ ਉਸ ਹਿਸਾਬ ਨਾਲ ਕਰੀ ਜਾਓ, ਰਾਈਟ। ਓਕੇ, ਜਿੱਦਾਂ ਹੁਣ ਆ ਕਹਿੰਦਾ ਇਸ ਕੁਐਸਚਨ 'ਚ ਉਹ ਕਹਿ ਰਿਹਾ ਕਿ ਫਾਈਂਡ ਦ ਪੋਜ਼ਿਟਿਵ ਵੈਲਿਊ ਆਫ m ਫॉर ਵਿਚ ਦ ਕੋਫੀਸ਼ੀਐਂਟ ਆਫ x ਸਕੁਆयर। तो क्लियर हो गया, x स्क्वायर का कोफिशिएंट चाहिए तो लेट अस गेट द जनरल टर्म, ठीक है, वो x की पावर ਨੂੰ 2 ਇਕੁਏਟ ਕਰ ਦਾਂਗੇ, ਹਾਂਜੀ ਇਹਦੀ ਜਨਰਲ ਟਰਮ ਲਿਖ ਲਓ ncr tr+1 टर्म, n is m right there, m cr 1 raised to power उते 1 ही आ जाना, and x raised to power r, ठीक है, and coefficient of what, x square। so for the term containing x square r कितना हो गया 2, r equal to 2, ठीक है, r2 ਤੇ ਟਰਮ ਕਿਹੜੀ ਆ ਗਈ, ਤੀਜੀ ਟਰਮ ਆ ਗਈ, ਤੇ ਇੱਥੇ ਇੱਥੇ 2 ਰੱਖ ਦਿਓ, 2 ਜਿਵੇਂ ਥਰਡ ਟਰਮ ਆ ਗਈ, ਔਰ ਉਹਦਾ ਟਰਮ ਕਿਹੜੀ ਆ ਗਈ mc2 x ਦੀ ਪਾਵਰ 2, ਠੀਕ ਹੈ। ਸੋ ਤੀਜੀ ਟਰਮ ਹੋਊਗੀ ਕੰਟੇਨਿੰਗ x ਸਕੁਆयर, ਉਹਦਾ ਕੋਫੀਸ਼ੀਐਂਟ x ਸਕੁਆयर ਵਾਲੇ ਦਾ ਕੀ ਹੋਊਗਾ, x ਸਕੁਆयर ਨੂੰ ਛੱਡ ਕੇ ਆ ਸਾਰਾ ਤੁਹਾਡਾ ਕੋਫੀਸ਼ੀਐਂਟ ਹੈ, ਦਿਸ ਇਜ਼ ਦਾ ਕੋਫੀਸ਼ੀਐਂਟ and that coefficient is equal to 6, find m। so that's it, so pretty simple now। so mc2 is equal to 6, ਇੱਥੋਂ ਤੁਸੀਂ ਸੋਲਵ ਕਰ ਲਓ, ਇੱਥੋਂ ਤੁਸੀਂ m ਪੋਜ਼ਿਟਿਵ ਕਰ ਲਓ, ਤੋਂ ਸੋਲਵ ਕਰ ਲਓ m ਫੈਕਟੋਰੀਅਲ ਬਾय 2 फैक्टोरियल बाय m - 2 फैक्टोरियल, ठीक है। so we have a very simple equation that we can solve, and m factorial हाँ जी is what, m into m - 1 into m - 2 factorial, ठीक है। if you're wondering ਆ ਕੀ ਹੋ ਰਿਹਾ, ਤਾਂ already मैं last couple of lectures ਕਿਹਾ ਸੀ ਤੁਹਾਨੂੰ ਕਿ permutation combination ਦਾ ਪਹਿਲਾ lecture you should revise, ਸਾਰਾ ਕੁਝ ਉਹ 'ਚ ਕਰਾਇਆ, ਠੀਕ ਹੈ। ਸੋ ਇਹ ਤੁਹਾਡੇ ਕੋਲ m times m - 1 is equal to 12। ਸੋ ਇੱਥੋਂ ਆਈ ਗੈਸ m ਦੀ ਵੈਲਿਊ, ਕੁਆਡਰੇਟਿਕ ਇਕੁਏਸ਼ਨ ਆ ਗਈ, ਤੁਸੀਂ ਸੋਲਵ ਕਰ ਲਓ, 4 ਆ ਜਾਣੀ ਹੈ ਨਾ, 4 ਸੈਟੀਸਫਾਈ ਕਰਿਆ, 4 into 3 12, ठीक है। अगर ਤੁਸੀਂ ਪ੍ਰੋਪਰ ਤਰੀਕੇ ਨਾਲ ਕਰਨਾ तो we have a quadratic m square minus m, ਇਹਨੂੰ ਵੀ ਇੱਧਰ ਲੈ ਜਾਓ, -12 equal to 0। सो m ਦੇ ਦੋ रूट्स आ गए, एक आ गया 4, ठीक है, और एक आ गया -3। सो बट m is obviously positive, so therefore m is equal to 4। क्लियर, ओके। एक और क्वेश्चन भी लिखा है, लेट्स डू दिस। वो कहता है prove that the coefficient of x raised to power n in this expansion। तो बोले ਇਹਦੇ ਚ ਪਹਿਲਾਂ x raised to power n ਦਾ ਕੋਫੀਸ਼ੀਐਂਟ ਕਿੱਦਾਂ ਲੱਭੀਦਾ ਪੁੱਤਰ, ਇਹਦੀ ਜਨਰਲ ਟਰਮ ਲਿਖੋ, तो ਇਹਦੇ ਅੰਦਰ ਇਹਦੀ ਜਨਰਲ ਟਰਮ ਲਿਖ ਲਓ tr+1th ਟਰਮ, n ਇਹਦਾ ਆ 2n cr 1 ਦੀ ਪਾਵਰ 1 ਨਹੀਂ ਆਣਾ, x raised to power r, ਠੀਕ ਹੈ। ਸੋ x ਦੀ ਪਾਵਰ ਛੋਟੀ ਜਿਹੀ ਇਕੱਠੀ ਕਰਕੇ ਲਿਖ ਲਈ। ਹੁਣ ਇਹਦੇ ਚ ਕੋਫੀਸ਼ੀਐਂਟ ਚਾਹੀਦਾ x raised to power n ਦਾ, तो this thing should be n। so for the coefficient of x raised to power n, r ਕਿੰਨਾ ਆ ਗਿਆ n, ਇੱਥੇ r n ਪੁੱਟ ਕਰ ਦਿਓ, therefore
कितना आ गया 2n x raised to power n, this is the coefficient of x raised to power n। ठीक है, पहला ਆਪਾਂ ਕੀ ਕੀਤਾ x raised to power n ਦਾ ਇਹਦੇ ਚ ਕੋਫੀਸ਼ੀਐਂਟ ਲੱਭ ਲਿਆ, ਜੋ ਪ੍ਰੂਵ ਕਰਨਾ ਬਾਅਦ ਦੀਆਂ ਗੱਲਾਂ। ਫਿਰ ਕਹਿੰਦਾ is twice the coefficient of x raised to power n in this। ਹੁਣ ਇਹਦੇ ਅੰਦਰ ਠੀਕ ਹੈ, ਸੈਕੰਡ ਪਾਰਟ ਆ ਗਿਆ, ਇਹਦੇ ਅੰਦਰ ਕਿਹੜੀ ਟਰਮ ਹੈ, ਕਿਹੜੀ ਸੀਰੀਜ਼ ਹੈ 1 plus x raised to power 2n minus 1। ਇਸ ਸੀਰੀਜ਼ ਦੇ ਅੰਦਰ 1 plus x raised to power n ਦਾ ਕੋਫੀਸ਼ੀਐਂਟ ਚਾਹੀਦਾ, ਤਾਂ ਇਹਦੇ ਵੀ ਕੀ ਕਰੀਏ ਆਪਾਂ ਜਨਰਲ ਟਰਮ ਲਿਖੀਏ, ਹਾਂਜੀ tr plus 1 ਟਰਮ ncr, ਇਹਦਾ n ਆਇਆ ਪੁੱਤਰ ਪਾਵਰ ਸਾਰੀ 2n minus 1 cr, 1 ਦੀ ਪਾਵਰ 1 ਹੀ ਆਊਗਾ x raised to power r। ਠੀਕ ਹੈ, ਐਂਡ ਸਾਨੂੰ ਹੁਣ ਕੀ ਚਾਹੀਦਾ ਪੁੱਤਰ, ਸਾਨੂੰ ਚਾਹੀਦਾ ਕੋਫੀਸ਼ੀਐਂਟ ਕਿਹਦਾ x raised to power n ਦਾ, तो x ਦੀ ਜਿਹੜੀ ਪਾਵਰ ਹੈ ਇਹ ਕਿੰਨੀ ਹੋਗੀ n, therefore for the coefficient of x raised to power n r n ਹੋ ਗਿਆ, तो ਇੱਥੇ r ਨੂੰ n ਰੱਖ ਦਿਓ, therefore ਟਰਮ ਕੀ ਆ ਗਈ 2n minus 1 c n ਹੈ ਨਾ x raised to power n, therefore the coefficient of x raised to power n is this। ਠੀਕ ਹੈ, ਸੋ ਪਹਿਲੇ ਵਾਲੇ ਚ ਵੀ ਆਪਾਂ coefficient of x raised to power n ਲੱਭ ਲਿਆ, ਦੂਜੇ ਚ ਹੁਣ ਕਹਿੰਦਾ ਕੀ ਹੈ, ਅੱਛਾ ਇਸ ਨੰਬਰ ਨੂੰ ਆਪਾਂ a ਮੰਨ ਲਈਏ, ठीक है, let us call this number a and let us call this number b। now let us see what he wants, prove that the coefficient in this मतलब a is twice the coefficient in this, so we need to prove is that a is equal to 2 times b, yeah we need to basically that's what we need to show, a is equal to 2 times b, या we can say कि a by b 2 ਦੇ ਬਰਾਬਰ ਹੈ। तो ਹੁਣ लास्ट स्टैप रह गया a by b ਨੂੰ ਕਿਹਦੇ ਬਰਾਬਰ 2 ਦੇ ਬਰਾਬਰ ਪ੍ਰੂਵ ਕਰਨਾ, तो ठीक है इट्स ओके, तो लेट अस डू a by b कैलकुलेट करते हैं, a 2n cn by b 2n minus 1 cn। ठीक है, ਆ ਰੇਸ਼ੋ ਸਿੰਪਲੀਫਾਈ ਕਰਕੇ 2 ਆਣੀ ਚਾਹੀਦੀ ਹੈ, ਐਂਡ ਵੀ ਯੂ نو ਸਟੈਂਡਰਡ ਫਾਰਮੂਲਾ ਨਹੀਂ ਲਵਾਂਗੇ ਕਿਉਂਕਿ ਉਹ ਹੁੰਦਾ ncr ਤੇ ncr minus 1, ਉੱਪਰ n ਸੇਮ ਹੁੰਦਾ, ਇੱਥੇ ਇੱਕ ਦਾ ਫਰਕ ਹੁੰਦਾ, ਇੱਥੇ ਉੱਪਰ ਹੀ ਫਰਕ ਹੈ ਇੱਕ ਦਾ, तो we have to expand। ठीक है, so let us expand करके 2 कर दें, तो हाँ जी कितना आ गया that is 2n फैक्टोरियल बाय मैं इन्हों सॉल्व कर रहे हैं बाय n फैक्टोरियल बाय 2n माइनस, हाँ जी हुण इहदी वारी 2n माइनस 1 फैक्टोरियल, हाँ जी ऊपर n फैक्टोरियल 2n माइनस 1 माइनस n माइनस 1 फैक्टोरियल। ठीक है बेटा, सो लेट अस नाउ आ 2n है पुत्र, आ 2n माइनस 1 ਤੇ ਆ 2n ਨੂੰ ਲਿਖ ਲਿਆ 2n, ਇੱਕ ਘਟਾਓ 2n ਮਾਈਨਸ 1 ਫੈਕਟੋਰੀਅਲ। ਠੀਕ ਹੈ, ਆ ਤੇ ਕੱਟਿਆ ਗਿਆ, ਅੱਛਾ ਆ ਇਹਦੀ ਵੈਲਿਊ ਹਲੇ ਲਿਖੀ ਹੈ ਮੈਂ, ਇਹਦੀ ਆ ਕੈਂਸਲ ਹੋ ਗਿਆ ਆਪਸ, ਹੁਣ ਆ n ਮਾਈਨਸ 1 ਹੈ, ਆ n ਹੈ, ਠੀਕ ਹੈ, ਆ ਛੋਟਾ ਹੈ ਤੇ ਆ ਵੱਡਾ ਹੈ, ਤੇ ਇਹਦਾ ਮਤਲਬ ਜਿਵੇਂ ਮੈਂ ਸਮਝਾਇਆ ਸੀ ਲੈਕਚਰ 'ਚ ਕਿ ਵੱਡੇ ਵਾਲੇ ਨੂੰ n ਫੈਕਟੋਰੀਅਲ ਲਿਖ ਲਓ, n ਇੰਟੂ n ਮਾਈਨਸ 1 ਫੈਕਟੋਰੀਅਲ। ਠੀਕ ਹੈ, ਇਹਨੂੰ ਲਿਖ ਲਿਆ ਘਟਾ ਕੇ, और आ 2n माइनस 1 बेचारा पिया इनू पिया रहने दो, नाउ लेट अस कैंसल, दिस विल गो और n माइनस 1 आ गया तो आ n कटिया गया, तो आंसर थोड़े को रेशो का आ गया 2, देयरफॉर जो उन्हें कहा सी वो तुसी प्रूव करता। ठीक है बेटे।